ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਬੇਟਾ ਸੈਂਟਰਲ ਆਈਡੀਆ all stanzas solved for class 9th ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਪੋਇਮ ਹੈ ਬੇਟਾ ਓਪਨ ਥੀ ਆਈਜ਼ ਐਂਡ ਸੀ ਥੀ ਗॉड, ਜਿਹੜੀ ਕਿ ਲਿਖੀ ਗਈ ਹੈ ਰਵਿੰਦਰ ਨਾਥ ਟੈਗੋਰ ਦੁਆਰਾ। ਸੋ ਵੈਲਕਮ ਅਗੇਨ ਮਾਈ ਡੀਅਰ ਸਟੂਡੈਂਟਸ ਇਨ ਮਾਈ ਚੈਨਲ ਲੈਸਨਸ ਆਫ ਲਾਈਫ। ਅਤੇ ਕਰਦੇ ਹਾਂ ਆਪਾਂ ਸ਼ੁਰੂ। ਇਸ ਵੀਡੀਓ ਨੂੰ ਐਂਡ ਤੱਕ ਦੇਖੋ। ਇਸ ਤੋਂ ਬਾਅਦ ਤੁਹਾਨੂੰ ਸਟੈਂਜਿਆਂ ਦੇ ਵਿੱਚੋਂ ਆਨਸਰ ਫਾਈਂਡ ਆਊਟ ਕਰਨੇ ਆ ਜਾਣਗੇ, ਜਿੱਦਾਂ ਦਾ ਮਰਜ਼ੀ ਕੋਈ ਸਟੈਂਜਾ ਆਉਂਦਾ। ਠੀਕ ਹੈ ਬੇਟਾ, ਸੋ ਕਰਦੇ ਹਾਂ ਆਪਾਂ ਸ਼ੁਰੂ। ਹਾਂਜੀ ਬੇਟਾ, ਫਸਟ ਆਫ ਆਲ ਸੈਂਟਰਲ ਆਈਡੀਆ ਲਈ ਇੱਕ ਫਾਰਮੈਟ ਆਪਾਂ ਅਪਣਾ ਰਹੇ ਹਾਂ, ਜਿਸ 'ਚ 4 ਲਾਈਨਾਂ ਨੇ, ਹਰ ਇੱਕ ਸੈਂਟਰਲ ਆਈਡੀਆ 'ਚ ਫਿੱਟ ਕਰਨੀਆਂ ਨੇ ਤੁਸੀਂ। ਦਿਸ ਇਜ਼ ਅ ਬਿਊਟੀਫੁਲ ਪੋਇਮ, ਇਟ ਇਜ਼ ਰਿਟਨ ਬਾਏ, it gives a very good message, it gives a very powerful message. ਲਾਸਟ ਤੇ ਦਾ ਪੋਇਮ ਟਚਸ ਦਾ ਕੋਰ ਆਫ ਮਾਈ ਹਾਰਟ। ਠੀਕ ਆ, ਇਹ ਲਾਈਨਾਂ ਨੂੰ ਤੁਸੀਂ ਚੰਗੀ ਤਰੀਕੇ ਨਾਲ ਯਾਦ ਕਰ ਲੈਣਾ। ਅਗਰ ਮੰਨ ਲਓ ਤੁਹਾਨੂੰ ਪੋਇਮ ਦਾ ਸੈਂਟਰਲ ਆਈਡੀਆ ਨਹੀਂ ਵੀ ਆ ਰਿਹਾ, ਬਟ ਤੁਸੀਂ ਇੰਨਾ ਵੀ ਲਿਖ ਦੋਗੇ ਤਾਂ ਤੁਹਾਡੇ ਹਾਫ ਮਾਰਕਸ ਤਾਂ ਆ ਜਾਣਗੇ। ਤੁਸੀਂ ਇਹਨੂੰ ਯਾਦ ਕਰ ਲਓ ਬੇਟਾ। ਸੋ ਠੀਕ ਹੈ, ਹੁਣ ਆਪਾਂ ਚੱਲਦੇ ਹਾਂ ਸੈਂਟਰਲ ਆਈਡੀਆ ਵੱਲ ਬੇਟਾ। ਦੇਖੋ, ਇਹ ਤੁਹਾਡੀ ਫਸਟ ਪੋਇਮ ਆ। ਵਾਟ ਇਜ਼ ਦਾ ਸੈਂਟਰਲ ਆਈਡੀਆ, ਥੀਮ, ਮੈਸੇਜ, ਥਾਊਟ, ਮੇਨ ਆਈਡੀਆ ਆਫ ਦਾ ਪੋਇਮ। ਜਾਂ ਫਿਰ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਵੇਅਰ ਕੈਨ ਗॉड ਬੀ ਫਾਊਂਡ, ਚਾਹੇ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਂਦਾ। ਦੇਖੋ ਕਿੰਨੇ ਕਵਰ ਹੋ ਗਏ। ਆਨਸਰ ਸਾਰਿਆਂ ਦਾ ਇੱਕ ਹੀ ਲਿਖਾਂਗੇ ਬੇਟਾ। ਠੀਕ ਆ, ਸੋ ਜਿੱਥੇ ਪੋਇਮ ਦਾ ਨਾਂ ਪੜ੍ਹ ਲਿਆ ਸਮਝ ਲਓ ਇਹ ਆਨਸਰ ਲਿਖਣਾ। ਹਾਂਜੀ, ਹੁਣ ਆਪਾਂ ਫਾਰਮੈਟ ਨੂੰ ਫੋਲੋ ਕਰਦੇ ਹੋਏ ਦੇਖੋ ਸੈਂਟਰਲ ਆਈਡੀਆ। ਦਿਸ ਇਜ਼ ਅ ਬਿਊਟੀਫੁਲ ਪੋਇਮ। ਦਿਸ ਦੀ ਜਗ੍ਹਾ 'ਤੇ ਤੁਸੀਂ ਪੋਇਮ ਦਾ ਨਾਮ ਵੀ ਲਿਖ ਸਕਦੇ ਹੋ, ਉੱਥੇ ਨਾਮ ਲਿਖਿਆ ਹੁੰਦਾ ਬੇਟਾ। ਇਟ ਇਜ਼ ਰਿਟਨ ਬਾਏ ਰਵਿੰਦਰ ਨਾਥ ਟੈਗੋਰ। ਉੱਥੇ ਜਿਹੜੇ ਪੋਇਮ ਹੋਊ, ਜਿਹੜੇ ਰਾਈਟਰ ਦਾ ਨਾਮ ਉਹਦਾ ਲਿਖਾਂਗੇ ਬੇਟਾ। ਇਟ ਗਿਵਜ਼ ਅ ਵੈਰੀ ਗੁੱਡ ਮੈਸੇਜ। ਵੀ ਕਾਂਟ ਫਾਈਂਡ ਗॉड ਇਨ ਟੈਂਪਲਸ ਬਾਈ ਚੈਂਟਿੰਗ ਐਂਡ ਟੈਲਿੰਗ ਵੀਡਸ। ਦੇਖੋ ਇਹ ਲਾਈਨ ਬਹੁਤ ਇੰਪੋਰਟੈਂਟ ਆ ਬੇਟਾ, ਇਸ ਪੋਇਮ ਨਾਲ ਰਿਲੇਟਡ ਆ। ਦੇਖੋ, ਵੀ ਕਾਂਟ ਫਾਈਂਡ ਗॉड ਇਨ ਟੈਂਪਲਸ, ਅਸੀਂ ਰੱਬ ਨੂੰ ਪਰਮਾਤਮਾ ਨੂੰ ਮੰਦਰਾਂ ਦੇ ਵਿੱਚ ਨਹੀਂ ਲੱਭ ਸਕਦੇ। ਬਾਈ ਚੈਂਟਿੰਗ ਐਂਡ ਟੈਲਿੰਗ ਵੀਡਸ, ਮਾਲਾ ਫੇਰਨ ਨਾਲ ਜਾਂ ਉੱਚੀ ਉੱਚੀ ਪੂਜਾ ਪਾਠ ਕਰਨ ਨਾਲ, ਹੈ ਨਾ। ਹਾਂਜੀ, ਹੀ ਲਿਵਸ ਅਮੰਗ ਕਾਮਨ ਐਂਡ ਪੂਅਰ। ਉਹ ਕਹਿੰਦੇ ਆਮ ਲੋਕਾਂ ਦੇ ਵਿਚਕਾਰ ਰਹਿੰਦਾ ਰੱਬ, ਤਾਂ ਉਹਨਾਂ 'ਚ ਵੱਸਦਾ। ਵੀ ਸ਼ੁੱਡ ਵਰਕ ਅਲੋਂਗ ਵਿਦ ਦੈਮ ਇਫ ਵੀ ਵਾਂਟ ਟੂ ਫਾਈਂਡ ਗॉड। ਜੇ ਅਸੀਂ ਪਰਮਾਤਮਾ ਨੂੰ ਲੱਭਣਾ ਚਾਹੁੰਦੇ ਹਾਂ, ਸਾਨੂੰ ਵੀ ਉਹਨਾਂ ਨਾਲ ਜਾ ਕੇ ਕੰਮ ਕਰਨਾ ਚਾਹੀਦਾ। ਦਸ ਦਾ ਪੋਇਮ ਟਚਸ ਦਾ ਕੋਰ ਆਫ ਮਾਈ ਹਾਰਟ। ਠੀਕ ਹੈ ਬੇਟਾ, ਦੇਖੋ ਹੁਣ ਤੁਸੀਂ ਸਿਰਫ 3 ਸੈਂਟੈਂਸਿਸ ਨੇ ਜਿਹੜੇ ਇਸ ਪੋਇਮ ਨਾਲ ਰਿਲੇਟਡ ਕਰ ਰਹੇ ਹੋ। ਵੀ ਕਾਂਟ ਫਾਈਂਡ ਗॉड ਇਨ ਟੈਂਪਲਸ ਬਾਈ ਚੈਂਟਿੰਗ ਐਂਡ ਟੈਲਿੰਗ ਬੀਡਸ। ਇਹ ਤਾਂ ਹੈਵ ਟੂ ਤੁਸੀਂ ਲਿਖਣੀ ਹੀ ਲਿਖਣੀ ਆ। ਜਿਹੜੇ ਬੱਚੇ ਬਾਹਲਾ ਨਹੀਂ ਯਾਦ ਕਰ ਸਕਦੇ, ਸੋ ਇਹ ਇੱਕ ਲਾਈਨ ਤਾਂ ਜ਼ਰੂਰ ਉਹ ਪੁੱਤ ਇੱਕ ਸੈਂਟੈਂਸ ਜ਼ਰੂਰ ਯਾਦ ਕਰ ਲੈਣ। ਅਤੇ ਬਾਕੀ 2 ਦੇਖੋ ਹੋਰ ਨੇ, 3 ਸੈਂਟੈਂਸ ਨੇ ਸਿਰਫ ਔਰ ਸਿਰਫ। ਅਤੇ ਸੈਂਟਰਲ ਆਈਡੀਆ ਕਿੱਡਾ ਵੱਡਾ ਸਾਡਾ ਤਿਆਰ ਹੋ ਗਿਆ ਬੇਟਾ। ਸੋ ਇਹ ਹੋ ਗਿਆ ਤੁਹਾਡਾ ਸੈਂਟਰਲ ਆਈਡੀਆ। ਹੁਣ ਚੱਲਦੇ ਹਾਂ ਸਟੈਂਜਿਆਂ ਵੱਲ। ਜਦੋਂ ਅਸੀਂ ਸਟੈਂਜਿਸ ਕਰਦੇ ਹਾਂ ਤਾਂ ਇੱਕ ਕਾਮਨ ਕੁਐਸਚਨ ਸਟੈਂਜਾ ਕੋਈ ਵੀ ਹੋਵੇ ਆਉਂਦਾ ਹੀ ਆ, ਨੇਮ ਦਾ ਪੋਇਮ ਐਂਡ ਨੇਮ ਦਾ ਪੋਇਟ। ਉਹ ਅਸੀਂ ਆਲਰੇਡੀ ਕਰ ਚੁੱਕੇ ਹਾਂ। ਨੇਮ ਦਾ ਪੋਇਮ ਓਪਨ ਥੀ ਆਈਜ਼ ਐਂਡ ਸੀ ਥੀ ਗॉड, ਪੋਇਟ ਨੇਮ ਰਵਿੰਦਰ ਨਾਥ ਟੈਗੋਰ। ਠੀਕ ਹੈ, ਇਹ ਮੈਂ ਹੁਣ ਜਦੋਂ ਸਟੈਂਜੀ ਕਰਾਂਗੇ ਉਹਦੇ 'ਚ ਆਪਾਂ ਇਹ ਵਾਲਾ ਨਹੀਂ ਕਰਾਂਗੇ। ਇੱਥੇ ਕਾਮਨ ਕੁਐਸਚਨ ਤੁਹਾਨੂੰ ਕਰਾਤਾ, ਇਹਨੂੰ ਯਾਦ ਕਰ ਲਓ। ਸੋ ਦੇਖੋ ਹੁਣ ਆ ਗਿਆ ਫਸਟ ਸਟੈਂਜਾ ਬੇਟਾ। ਠੀਕ, ਹੁਣ ਆਪਾਂ ਦੇਖੋ ਫਸਟ ਕੁਐਸਚਨ ਕੀ ਪੁੱਛ ਰਹੇ ਨੇ। ਵਾਟ ਡਜ਼ ਦਾ ਪੋਇਟ ਵਾਂਟਸ ਅਸ ਟੂ ਲੀਵ ਐਂਡ ਵਾਈ। ਕੀ ਲੀਵ ਕਰਨ ਨੂੰ ਕਹਿ ਰਿਹਾ ਅਤੇ ਕਿਉਂ ਕਹਿ ਰਿਹਾ ਲੀਵ ਕਰਨ ਨੂੰ, ਹੈ ਨਾ। ਇਹ ਗੱਲ ਹੋ ਰਹੀ ਹੈ। ਹੁਣ ਆਪਾਂ ਪੈਨ ਲੈ ਲਈਏ ਅਤੇ ਤੁਹਾਨੂੰ ਇੱਥੋਂ ਦੱਸਦੇ ਹਾਂ ਫਿਰ ਬੇਟਾ ਜੀ। ਇਹ ਲੈ ਲਿਆ ਪੈਨ। ਹੁਣ ਦਾ ਪੋਇਟ ਵਾਂਟਸ ਅਸ, ਇਹ ਅਸੀਂ ਉੱਥੋਂ ਕੁਐਸਚਨ 'ਚੋਂ ਚੱਕਿਆ। ਦਾ ਪੋਇਟ ਵਾਂਟਸ ਅਸ ਚੱਕ ਲਿਆ ਇੱਥੋਂ। ਟੂ ਲੀਵ ਵੀ ਚਾਹੇ ਇੱਥੇ ਪਿਆ ਹੀ ਆ। ਹੁਣ ਉਦੋਂ ਬਾਅਦ ਇੱਧਰ ਆ ਜਾਓ ਸਟੈਂਜੇ ਦੇ ਵਿੱਚ ਬਰਾਬਰ। ਲੀਵ ਦਿਸ ਚੈਂਟਿੰਗ ਐਂਡ ਸਿੰਗਿੰਗ ਐਂਡ ਟੈਲਿੰਗ ਵੀਡਸ। ਇੱਥੇ ਤੱਕ ਤੁਸੀਂ ਲਿਖ ਦੋਗੇ ਚੱਕ ਕੇ ਇਹਦੇ ਨਾਲ, ਅਤੇ ਪਹਿਲੇ ਦਾ ਤੁਹਾਡਾ ਆਨਸਰ ਹੋ ਗਿਆ ਬੇਟਾ। ਕਲੀਅਰ। ਹੁਣ ਦੂਸਰਾ ਕੁਐਸਚਨ, ਹੂ ਆਰ ਦੀਜ਼ ਲਾਈਨਸ ਅਡਰੈਸਡ ਟੂ। ਇਹ ਲਾਈਨਾਂ ਕਿਹਨੂੰ ਐਡਰੈਸ ਕੀਤੀਆਂ ਗਈਆਂ ਨੇ ਬੇਟਾ। ਦਾ ਪੋਇਟ ਐਡਰੈਸ ਦਾ ਵਰਸ਼ਿਪਰ, ਕਿਹਨੂੰ ਐਡਰੈਸ ਕਰ ਰਿਹਾ। ਜਾਂ ਤੁਸੀਂ ਇਹਦਾ ਵੀ ਦੇਖੋ ਆਨਸਰ, ਤੁਸੀਂ ਦੀਜ਼ ਲਾਈਨਸ, ਜਿਹੜਾ ਆਰ ਆ ਉਹ ਚੱਕ ਕੇ ਇੱਥੇ ਲਿਖ ਦੋਗੇ। ਦੀਜ਼ ਲਾਈਨਸ ਆਰ ਐਡਰੈਸਡ ਟੂ, ਫਿਰ ਕੀ ਤੁਸੀਂ ਵਰਸ਼ਿਪਰ ਵਰਡ ਲਿਖਣਾ ਗਾ। ਕੀ ਲਿਖਣਾ, ਵਰਸ਼ਿਪਰ। ਵਰਸ਼ਿਪ ਲਿਖਿਆ ਹੋਇਆ ਇੱਥੇ, ਈ ਆਰ ਡਬਲ ਪੀ ਕਰਕੇ ਈ ਆਰ ਲਾਤੀ, ਉਹਦੇ ਪਿੱਛੇ ਵਰਸ਼ਿਪਰ ਬਣ ਗਿਆ। ਠੀਕ,
ਉਸ ਤੋਂ ਬਾਅਦ ਹੂ ਵਰਸ਼ਿਪ, ਜਿਹੜਾ ਕਿ ਵਰਸ਼ਿਪ ਕਰ ਰਿਹਾ ਇਨ ਦਾ ਲੋਨਲੀ ਡਾਰਕ ਕਾਰਨਰ ਆਫ ਦਾ ਟੈਂਪਲ ਵਿਦ ਡੋਰ ਆਲ ਸ਼ਟ। ਠੀਕ ਆ, ਲਿਖਿਆ ਹੋਇਆ ਨਾ, ਇਹ ਸਾਰਾ ਤੁਸੀਂ ਇੱਥੋਂ ਚੱਕ ਕੇ ਲਿਖ ਦੋਗੇ। ਇਹ ਤੁਹਾਡਾ ਹੋ ਗਿਆ ਦੂਜੇ ਦਾ ਆਨਸਰ। ਬਸ ਸਟਾਰਟ ਕਰਨਾ ਆਉਣਾ ਚਾਹੀਦਾ, ਕੁਐਸਚਨ 'ਚੋਂ ਚੱਕ ਕੇ ਤੁਸੀਂ ਉਸ ਨੂੰ ਸਟਾਰਟ ਕਿੱਦਾਂ ਕਰਨਾ ਬੇਟਾ। ਠੀਕ ਹੈ, ਹੋ ਗਿਆ ਦੂਸਰੇ ਦਾ ਵੀ ਆਨਸਰ। ਹੁਣ ਆਪਾਂ ਚੱਲਦੇ ਹਾਂ ਥਰਡ ਕੁਐਸਚਨ ਵੱਲ। ਵਾਟ ਡਜ਼ ਦਾ ਪੋਇਟ ਵਾਂਟ ਦਾ ਵਰਸ਼ਿਪਰ ਆਫ ਗੋਡ ਟੂ ਡੂ। ਜਿਹੜਾ ਪੋਇਟ ਆ ਕਹਿੰਦੇ ਉਹ ਕੀ ਚਾਹੁੰਦਾ, ਜਿਹੜਾ ਪੂਜਾ ਕਰਨ ਵਾਲਾ ਬੰਦਾ ਉਹਦਾ ਪੁਜਾਰੀ ਆ ਉਹ ਗੋਡ ਦਾ ਉਹ ਕੀ ਕਰੇ। ਦਾ ਪੋਇਟ ਵਾਂਟਸ ਦਾ ਓਪਨ ਥੀ ਆਈਜ਼ ਐਂਡ ਸੀ ਥੀ ਗੋਡ ਇਜ਼ ਨਾਟ ਬਿਫੋਰ ਥੀ। ਪੋਇਟ ਚਾਹੁੰਦਾ ਕਿ ਉਹ ਆਪਦੀਆਂ ਅੱਖਾਂ ਖੋਲ੍ਹੇ ਅਤੇ ਦੇਖੇ ਕਿ ਗੋਡ ਉੱਥੇ ਨਹੀਂ ਹੈਗਾ। ਠੀਕ, ਇਹ ਵਾਲਾ ਬਣ ਗਿਆ ਆਨਸਰ। ਹੁਣ ਆਪਾਂ ਇਹਨੂੰ ਵੀ ਦੇਖੋ ਸਟੈਂਜੇ 'ਚ ਪਿਆ, ਓਪਨ ਥੀ ਆਈਜ਼ ਐਂਡ ਸੀ ਥੀ ਗੋਡ ਇਜ਼ ਨਾਟ ਬਿਫੋਰ ਥੀ। ਆਹ ਲਾਈਨਾਂ ਪਈਆਂ ਹੀ ਨੇ ਇਹਦੇ ਵਿੱਚ, ਇਹ ਆਹ ਵਾਲੀਆਂ ਓਪਨ ਤੋਂ ਲੈ ਕੇ ਆਹ ਮਗਰਲਿਆਂ ਸਾਰਾ ਆ ਗਿਆ। ਬਸ ਉਹਦੇ ਸਟਾਰਟਿੰਗ ਦੇ ਵਿੱਚ ਬੇਟਾ ਤੁਸੀਂ ਲਿਖਣਾ ਜਿਹੜਾ ਉਹਨਾਂ ਨੇ ਕੁਐਸਚਨ ਦੇ ਵਿੱਚ ਯੂਜ਼ ਕੀਤਾ ਹੈ ਨਾ। ਉੱਥੇ ਹੁਣ ਤੁਸੀਂ ਕੀ ਲਿਖ ਰਹੇ ਹੋ ਇਹਦੇ ਵਿੱਚ, ਦਾ ਪੋਇਟ ਵਾਂਟਸ, ਠੀਕ ਆ, ਤਾਂ ਓਪਨ ਬਾਕੀ ਸਾਰਾ ਉੱਧਰ ਪਿਆ, ਵਾਂਟਸ ਤੱਕ ਲਿਖ ਕੇ ਵਾਂਟਸ ਦਾ, ਅਤੇ ਬਾਕੀ ਸਾਰਾ ਇਹ ਵਾਲਾ ਜਿਹੜਾ ਓਪਨ ਤੋਂ ਲੈ ਕੇ ਪਿਆ ਉੱਧਰ ਸਟੈਂਜੇ ਦੇ ਵਿੱਚ। ਸੋ ਹੋ ਗਿਆ ਤੁਹਾਡਾ ਫਸਟ ਸਟੈਂਜਾ। ਹੁਣ ਆ ਜਾਓ ਸੈਕਿੰਡ ਸਟੈਂਜਾ ਵੱਲ। ਹੁਣ ਇਹਦਾ ਕੁਐਸਚਨ ਦੇਖੋ, ਵਾਈ ਆਰ ਹਿਜ਼ ਗਾਰਮੈਂਟਸ ਕਵਰਡ ਵਿਦ ਡਸਟ। ਕਿਉਂ ਉਹਦੇ ਕੱਪੜੇ ਸੀ ਜਿਹੜੇ ਡਸਟ ਨਾਲ, ਧੂੜ ਨਾਲ ਭਰੇ ਹੋਏ ਸੀ। ਬਿਕਾਊਜ਼ ਹੀ ਲਿਵਸ ਅਮੰਗ ਦੋਜ਼ ਹੂ ਟਿਲ ਦਾ ਹਾਰਡ ਲੈਂਡ ਐਂਡ ਬ੍ਰੇਕ ਸਟੋਨਸ। ਠੀਕ ਆ, ਇਹ ਤੁਹਾਨੂੰ ਇੱਥੋਂ ਸਪੈਲਿੰਗਸ ਮਿਲ ਜਾਣਗੇ, ਪਰ ਬਣਾ ਕੇ ਤੁਹਾਨੂੰ ਆਪ ਲਿਖਣਾ ਪੈਣਾ, ਕਿਉਂਕਿ ਉਹਨਾਂ ਵਿਚਕਾਰ ਵਸਦਾ ਜਿਹੜੇ ਕੰਮ ਕਰਦੇ ਨੇ, ਸਖਤ ਜ਼ਮੀਨ ਖੋਦਦੇ ਨੇ ਜਾਂ ਪੱਥਰ ਤੋੜਦੇ ਨੇ, ਇਸ ਲਈ ਉਹਦੇ ਡਸਟ ਨਾਲ ਕੱਪੜੇ ਭਰੇ ਹੋਏ ਸੀ। ਠੀਕ ਆ, ਹੁਣ ਸੈਕਿੰਡ ਕੁਐਸਚਨ ਦੇਖੋ ਬੇਟਾ, ਵਟ ਇਜ਼ ਦਾ ਟਿਲਰ ਡੂਇੰਗ। ਹੁਣ ਦੇਖੋ ਇਹਦੇ ਵਿੱਚ ਤੁਹਾਡੇ ਕੋਲੇ ਸਾਹਮਣੇ ਪਿਆ ਗਾ ਬੇਟਾ, ਦਾ ਟਿਲਰ ਇਜ਼ ਟਿਲਿੰਗ ਦਾ ਹਾਰਡ ਗਰਾਊਂਡ। ਸੋ ਇਹ ਚੱਕ ਕੇ ਲਿਖਦਾ ਆਨਸਰ ਸੈਕਿੰਡ ਦਾ। ਥਰਡ, ਵਾਟ ਇਜ਼ ਦਾ ਪਾਥ ਮੇਕਰ ਡੂਇੰਗ। ਪਾਥ ਮੇਕਰ ਕੀ ਕਰ ਰਿਹਾ, ਅਗਲੀ ਲਾਈਨ ਪਈ ਆ, ਪਾਥ ਮੇਕਰ ਇਜ਼ ਬ੍ਰੇਕਿੰਗ ਸਟੋਨਸ। ਆ 3 ਨੰਬਰ 'ਤੇ ਪਾਇਆ ਹੋਇਆ, ਉਹ ਤੀਸਰੇ ਦਾ ਆਨਸਰ ਹੋ ਗਿਆ ਬੇਟਾ। ਸੋ ਹੋ ਗਿਆ ਤੁਹਾਡਾ ਇਹ ਪਹਿਰਾ ਵੀ, ਇੱਕ ਪੋਇਮ ਅਤੇ ਪੋਇਟ ਦਾ ਨਾਮ ਦਾ 3 ਕੁਐਸਚਨ ਇਹੀ ਇੰਪੋਰਟੈਂਟ ਨੇ। ਹੁਣ ਆ ਜਾਓ ਜੀ ਸਟੈਂਜਾ ਥਰਡ, ਡਿਲੀਵਰੈਂਸ ਵਾਲਾ। ਹੁਣ ਕੁਐਸਚਨ ਕੀ ਆ ਪਹਿਲਾਂ, ਵਾਟ ਇਜ਼ ਮੈਂਟ ਬਾਈ ਡਿਲੀਵਰੈਂਸ। ਡਿਲੀਵਰੈਂਸ ਦਾ ਮਤਲਬ ਕੀ ਆ, ਮੁਕਤੀ ਹੁੰਦਾ ਜਿਹਦਾ ਮਤਲਬ। ਡਿਲੀਵਰੈਂਸ ਮੀਨਸ ਫਰੀडम ਫਰੋਮ ਅ ਲਾਈਫ ਆਫ ਟੋਇਲ। ਟੋਇਲ ਮੀਨਸ ਸਖਤ ਮਿਹਨਤ ਵਾਲਾ, ਲੰਬੇ ਸਮੇਂ ਲਈ ਕਿਸੇ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ, ਇਹਦਾ ਮਤਲਬ ਉਹ ਆ। ਹੁਣ ਇੱਥੇ ਡਿਲੀਵਰੈਂਸ ਦੇ ਸਪੈਲਿੰਗ ਪਏ ਨੇ, ਮੀਨਸ ਵੀ ਉੱਤੇ ਪਿਆ ਗਾ। ਫਰੀडम ਫਰੋਮ ਲਾਈਫ, ਇਹ ਤੁਹਾਨੂੰ ਕਰਨਾ ਪੈਣਾ ਯਾਦ, ਫਰੀडम ਫਰੋਮ ਅ ਲਾਈਫ ਆਫ ਟੋਇਲ। ਟੋਇਲ ਦੇ ਸਪੈਲਿੰਗ ਟੀ ਪਾ ਕੇ ਓਇਲ। ਠੀਕ ਹੈ ਬੇਟਾ। ਸੋ ਹੁਣ ਆਪਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਵੱਲ। ਪੈਨ ਲੈ ਲਈਏ। ਹੂ ਇਜ਼ ਆਵਰ ਮਾਸਟਰ, ਸਾਡਾ ਮਾਸਟਰ ਕੌਣ ਆ। ਜਿਹੜਾ ਹੂ ਲੱਗਿਆ ਹੁੰਦਾ, ਜਿਹੜੇ ਹੂ ਵਾਲੇ ਕੁਐਸਚਨ ਹੁੰਦੇ ਨੇ ਉੱਥੇ ਅਸੀਂ ਸਿਰਫ ਉਸ ਦਾ ਨਾਂ ਲਿਖਣਾ, ਬਾਕੀ ਸਾਰਾ। ਹੁਣ ਕੌਣ ਆ ਸਾਡਾ ਮਾਸਟਰ, ਗੋਡ ਆ। ਗੋਡ ਦੇ ਸਪੈਲਿੰਗ ਤੁਹਾਨੂੰ ਆਉਂਦੇ ਨੇ, ਗੋਡ ਲਿਖਿਆ, ਬਾਕੀ ਸਾਰਾ ਕੁਐਸਚਨ ਵਾਲਾ ਹੀ ਲਿਖਤਾ। ਹੋ ਗਿਆ ਥਰਡ ਕੁਐਸਚਨ, ਵਟ ਬਾਉਂਡ ਹੈਜ਼ ਆਵਰ ਮਾਸਟਰ ਟੇਕਨ ਅਪੋਨ ਹਿਮਸੈਲਫ। ਕਿਹੋ ਜਿਹਾ ਬਾਉਂਡ ਆ ਹੈ ਨਾ ਸਾਡਾ ਮਾਸਟਰ। ਹੁਣ ਦੇਖੋ ਇਹ ਕਿੱਥੇ ਪਿਆ ਗਾ, ਆਵਰ ਮਾਸਟਰ ਹਿਮਸੈਲਫ ਹੈਜ਼ ਆ ਜੋਇਫੁਲੀ ਟੇਕਨ ਅਪੋਨ ਹਿਮ ਦਾ ਬਾਉਂਡਸ ਆਫ ਕ੍ਰੀਏਸ਼ਨ। ਇਹ ਸਾਰਾ ਥਰਡ ਦਾ ਆਨਸਰ ਪਿਆ ਬੇਟਾ। ਹੋ ਗਿਆ ਹਾਂਜੀ। ਫੋਰਥ ਵਨ, ਹਾਊ ਇਜ਼ ਹੀ ਬਾਉਂਡ ਵਿਦ ਅਸ ਆਲ ਫੋਰ ਐਵਰ। ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਕੋਲੋਂ ਚੱਕਣਾ, ਫਿਰ ਬਾਕੀ ਆਪਾਂ ਦੇਖਾਂਗੇ ਉਹਦੇ ਵਿੱਚ। ਵੀ ਆਲ ਆਰ ਗੋਡਸ ਕ੍ਰੀਏਸ਼ਨ, ਅਸੀਂ ਸਾਰੇ ਪਰਮਾਤਮਾ ਦੀ ਕ੍ਰੀਏਸ਼ਨ ਆ ਨਾ, ਉੱਪਰ ਅਸੀਂ ਕਰਕੇ ਹੀ ਹਟਿਆ। ਬਿਕਾਊਜ਼ ਆਫ ਦੈਟ, ਵੀ ਆਲ ਆਰ ਗੋਡਸ ਕ੍ਰੀਏਸ਼ਨ, ਬਿਕਾਊਜ਼ ਆਫ ਦੈਟ ਲਿਖ ਕੇ ਫਿਰ ਲਾਸਟ ਲਾਈਨ ਤੁਸੀਂ ਲਿਖੋਗੇ, ਹੀ ਇਜ਼ ਬਾਉਂਡ ਵਿਦ ਅਸ ਫੋਰ ਐਵਰ। ਇਹ ਫੋਰਥ ਹੋ ਗਿਆ। ਸੋ ਇਹ ਹੋ ਗਿਆ ਤੁਹਾਡਾ ਸਟੈਂਜਾ ਨੰਬਰ ਥਰਡ। ਹੁਣ ਫੋਰਥ ਸਟੈਂਜਾ ਅਤੇ ਲਾਸਟ ਸਟੈਂਜਾ ਹੀ ਹੈ ਇਹ। ਵਾਟ ਡਜ਼ ਦਾ ਪੋਇਟ ਸੇ ਅਬਾਊਟ ਆਵਰ ਮੈਡੀਟੇਸ਼ਨ। ਮੈਡੀਟੇਸ਼ਨ ਦੇ ਬਾਰੇ ਵਿੱਚ ਕੀ ਕਹਿ ਰਿਹਾ ਹੈਗਾ ਪੋਇਟ। ਦਾ ਪੋਇਟ ਸੇਜ਼ ਦੈਟ ਵੀ ਕਾਂਟ ਫਾਈਂਡ ਗੋਡ ਥਰੂ ਆਵਰ ਮੈਡੀਟੇਸ਼ਨਸ, ਸੋ ਵੀ ਸ਼ੁੱਡ ਗਿਵ ਦੈਮ ਅਪ। ਸੋ ਸਾਨੂੰ ਉਹ ਕਹਿੰਦਾ ਮੈਡੀਟੇਸ਼ਨ ਨਾਲ ਨਹੀਂ ਅਸੀਂ ਰੱਬ ਨੂੰ ਪਾ ਸਕਦੇ, ਇਸ ਲਈ ਸਾਨੂੰ ਇਹ ਮੈਡੀਟੇਸ਼ਨਾਂ ਛੱਡ ਦੇਣੀਆਂ ਚਾਹੀਦੀਆਂ ਨੇ।
ਤਾਂ ਪਹਿਲੀ ਲਾਈਨ 'ਚ ਹੀ ਲਿਖਿਆ ਕਮ ਆਊਟ ਦ ਥੀ ਮੈਡੀਟੇਸ਼ਨ। ਤੁਸੀਂ ਅਗਰ ਜੇ ਇਹ ਤੁਹਾਡੇ ਨਾ ਯਾਦ ਹੋਵੇ ਤਾਂ ਪੋਇਟ ਕੀ ਕਹਿ ਰਿਹਾ ਹੈਗਾ, ਦ ਪੋਇਟ ਸੇਜ਼ ਦੈਟ ਲਿਖ ਕੇ ਕਮ ਆਊਟ ਆਫ ਦਾ ਥੀ ਮੈਡੀਟੇਸ਼ਨਸ ਇੰਨਾ ਲਿਖ ਸਕਦੇ ਹੋ ਬੇਟਾ। ਸੈਕਿੰਡ ਕੁਐਸਚਨ ਆ ਵਾਟ ਡਜ਼ ਹੀ ਵਾਂਟ ਅਸ ਟੂ ਲੀਵ ਅ ਸਾਈਟ ਵਾਈ, ਕਿਹੜੀ ਚੀਜ਼ ਉਹ ਸਾਨੂੰ ਕਹਿ ਰਿਹਾ ਸਾਈਡ 'ਤੇ ਕਰ ਦਿਓ ਅਤੇ ਕਿਉਂ ਕਹਿ ਰਿਹਾ। ਹੀ ਵਾਂਟਸ ਇੱਥੇ ਪਿਆ ਨਾ, ਹੀ ਵਾਂਟਸ ਅਸ ਟੂ, ਇਹ ਲਿਖ ਲਿਆ ਸੀ, ਹੀ ਦੀ ਐਚ ਵੱਡੀ ਕਰਤੀ। ਕੀ ਕਹਿ ਰਿਹਾ ਦੇਖੋ, ਲੀਵ ਅਸਾਈਡ ਥੀ ਫਲਾਰਸ ਐਂਡ ਇਨਸੈਂਸ ਹੋ ਗਿਆ। ਇਹ ਇੱਥੋਂ ਚੱਕ ਕੇ ਅਸੀਂ ਲਾਈਨ ਲਿਖ ਦਾਂਗੇ। ਸੋ ਇਹ ਵੀ ਹੋ ਗਿਆ ਤੁਹਾਡਾ। ਲਓ ਜੀ, ਹੁਣ ਆਪਾਂ ਇਹਦਾ ਅਗਲਾ ਕੁਐਸਚਨ, ਕੋਈ ਨਹੀਂ ਹੈ ਇਹਦੇ 'ਚੋਂ, ਇਹ 2 ਹੀ ਕੁਐਸਚਨ ਇੰਪੋਰਟੈਂਟ ਬਣ ਰਹੇ ਸੀਗੇ, ਸੋ ਅਸੀਂ ਇਹ ਕਰ ਲਏ ਨੇ। ਤੁਹਾਡਾ ਜਿਹੜੇ ਸਟੈਂਜਾ ਚਾਰੋਂ ਹੋ ਗਏ, ਜਿਹੜੇ ਇੰਪੋਰਟੈਂਟ ਕੁਐਸਚਨ ਸੀ ਡਨ ਹੋ ਗਏ ਬੇਟਾ। ਸੋ ਇਹਨੂੰ ਯਾਦ ਕਰ ਲਓ, ਵਾਚ ਆਲ ਰਿਵੀਜ਼ਨ ਵੀਡੀਓਜ਼ ਜਿਹੜੀਆਂ ਤੁਹਾਡੇ ਨਾਲ ਸੰਬੰਧਿਤ ਨੇ, ਤਾਂ ਕਿ ਤੁਸੀਂ ਇੱਕ ਚੰਗਾ ਸਕੋਰ ਪ੍ਰਾਪਤ ਕਰ ਸਕੋ ਪੇਪਰਾਂ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਭੁੱਲਣਾ, ਤਾਂ ਕਿ ਜਿਹੜੀ ਮੈਂ ਨਵੀਆਂ ਵੀਡੀਓਜ਼ ਪਾਵਾਂ ਤੁਹਾਡੇ ਸਿਲੇਬਸ ਨਾਲ ਰਿਲੇਟਡ, ਤੁਹਾਡੇ ਕੰਮ ਦੀਆਂ, ਉਹ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਸੋ ਬਾਏ ਫॉर ਨਾਓ ਬੇਟਾ, ਮਿਲਦੇ ਹਾਂ ਨੈਕਸਟ ਵੀਡੀਓ 'ਚ।